हाँ जी, वेलकम आ जी अपने यूट्यूब चैनल के उपर सारिਆਂ ਦਾ। ਤੇ ਆਪਾਂ ਪੰਜਾਬੀ ਦੇ ਕੁਝ ਪਾਰਟ ਨਾਮ ਪੜਨਾਮ ਪੰਜਾਬੀ ਭਾਸ਼ਾ ਉਪਭਾਸ਼ਾ ਸਾਰੇ ਕਵਰ ਕਰ ਲਏ ਸੀ ਤੇ ਅੱਜ ਆਪਾਂ ਵਿਸ਼ੇਸ਼ਣ ਤੇ ਕਿਰਿਆ ਬਾਰੇ ਪੜਾਂਗੇ। ਛੋਟਾ ਜਿਹਾ ਲੈਕਚਰ ਹੈ, ਬੜੇ ਧਿਆਨ ਨਾਲ ਸਮਝਣਾ। ਇਹਦੇ ਵਿੱਚੋਂ ਵੀ ਅਕਸਰ ਕੁਐਸਚਨ ਪੁੱਛ ਲਿਆ ਜਾਂਦਾ। ਤਾਂ ਵਿਸ਼ੇਸ਼ਣ ਕੀ ਹੁੰਦਾ ਦੋਸਤੋ? ਵਿਸ਼ੇਸ਼ਣ ਤਾਂ ਇਸ ਦੇ ਨਾਮ ਤੋਂ ਹੀ ਪਤਾ ਲੱਗਦਾ, ਜਿਹੜਾ ਕਿਸੇ ਦੀ ਕੀ ਦੱਸੇ, ਵਿਸ਼ੇਸ਼ਤਾ ਦੱਸੇ। ਜਿਹੜਾ ਸ਼ਬਦ ਕਿਸੇ ਨਾਮ ਪੜਨਾਮ ਨਾਲ ਆ ਕੇ ਉਸ ਦੀ ਕੀ ਦੱਸੇ, ਵਿਸ਼ੇਸ਼ਤਾ ਦੱਸੇ। ਤਾਂ ਸਭ ਤੋਂ ਪਹਿਲਾਂ ਇਹਦੀ ਕੀ ਆ ਜਾਂਦੀ ਆ, ਡੈਫੀਨੇਸ਼ਨ। ਜਿਹੜਾ ਸ਼ਬਦ ਕਿਸੇ ਨਾਮ ਜਾਂ ਪੜਨਾਮ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ। ਠੀਕ ਹੈ ਜੀ। ਜਿਵੇਂ ਆਪਾਂ ਕਹਿ ਦਿੰਦੇ ਆ ਵੀ ਉਹ ਇਨਸਾਨ ਬਹੁਤ ਚੰਗਾ, ਉਹ ਇਨਸਾਨ ਬਹੁਤ ਚੰਗਾ, ਤਾਂ ਉਸ ਇਨਸਾਨ ਦੀ ਆਪਾਂ ਕੀ ਦੱਸ ਰਹੇ ਹਾਂ, ਵਿਸ਼ੇਸ਼ਤਾ। ਤਾਂ ਨਾਮ ਜਾਂ ਪੜਨਾਮ ਦੇ ਨਾਮ ਨਾਲ ਆ ਕੇ ਜਦੋਂ ਆਪਾਂ ਕਿਸੇ ਦੀ ਵਿਸ਼ੇਸ਼ਤਾ ਦੱਸਦੇ ਹਾਂ ਉਸ ਨੂੰ ਕੀ ਕਿਹਾ ਜਾਂਦਾ, ਵਿਸ਼ੇਸ਼ਣ ਕਿਹਾ ਜਾਂਦਾ। ਠੀਕ ਹੈ ਜੀ। ਤਾਂ ਉਹਦੇ ਵਿੱਚ ਆਪਾਂ ਉਹਦੇ ਲੱਛਣ ਦੱਸ ਸਕਦੇ ਹਾਂ, ਰੰਗ ਦੱਸ ਸਕਦੇ ਹਾਂ, ਗਿਣਤੀ ਦੱਸ ਸਕਦੇ ਹਾਂ, ਗੁਣ ਦੱਸ ਸਕਦੇ ਹਾਂ, ਔਗਣ ਦੱਸ ਸਕਦੇ ਹਾਂ। ਠੀਕ ਹੈ ਜੀ। ਉਦਾਹਰਣ ਜਿਵੇਂ ਲਾਲ ਪੱਗ, ਨਵਾਂ ਪੈਨ। ਆਪਾਂ ਕਹਿੰਦੇ ਹਾਂ ਵੀ ਰਾਮ ਕੋਲੇ ਇੱਕ ਨਵਾਂ ਪੈਨ ਹੈ, ਰਾਮ ਕੋਲ ਨਵਾਂ ਪੈਨ ਹੈ। ਤਾਂ ਨਵਾਂ ਕੀ ਹੋ ਗਿਆ ਦੋਸਤੋ, ਇੱਕ ਕੀ ਹੋ ਗਈ, ਵਿਸ਼ੇਸ਼ਤਾ ਹੋ ਗਈ। ਨਵਾਂ ਕੀ ਹੋ ਗਿਆ, ਵਿਸ਼ੇਸ਼ਤਾ ਹੋ ਗਈ। ਜਾਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਭੋਲਾ ਬੱਚਾ, ਲੰਬਾ ਗੱਭਰੂ। ਤਾਂ ਇਹਦੇ ਨਾਮ ਦੇ ਨਾਲ ਆ ਕੇ ਜਿਹੜੀ ਸ਼ਬਦ ਕੀ ਦੱਸਦੇ ਨੇ, ਵਿਸ਼ੇਸ਼ਤਾ ਦੱਸਦੇ ਨੇ, ਉਹਨੂੰ ਕੀ ਕਿਹਾ ਜਾਂਦਾ ਦੋਸਤੋ, ਵਿਸ਼ੇਸ਼ਣ ਕਿਹਾ ਜਾਂਦਾ। ਤੇ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਆ ਜੀ? ਵਿਸ਼ੇਸ਼ਣ 5 ਪ੍ਰਕਾਰ ਦੇ ਹੁੰਦੇ ਆ। ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਆ? ਵਿਸ਼ੇਸ਼ਣ 5 ਪ੍ਰਕਾਰ ਦੇ ਹੁੰਦੇ ਆ। ਤਾਂ ਇੱਕ ਕੁਐਸਚਨ ਕੀ ਬਣ ਗਿਆ ਜੀ, ਪਹਿਲਾਂ ਇਹਦੀ ਡੈਫੀਨੇਸ਼ਨ ਤੁਹਾਨੂੰ ਪੁੱਛ ਲੇਗਾ, ਜਿਹੜਾ ਸ਼ਬਦ ਕਿਸੇ ਨਾਮ ਜਾਂ ਪੜਨਾਮ ਤੇ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ। ਆਪਸ਼ਨ ਦੇ ਵਿੱਚ ਦੇ ਦੇਗਾ ਕਿਰਿਆ ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ। ਤਾਂ ਤੁਸੀਂ ਵਿਸ਼ੇਸ਼ਣ ਤੇ ਟਿਕ ਕਰ ਦਿਓ। ਇੱਕ ਕੁਐਸਚਨ ਤੁਹਾਡਾ ਇੱਥੋਂ ਕਵਰ ਹੋ ਗਿਆ। ਤੇ ਉਸ ਤੋਂ ਬਾਅਦ ਸੈਕਿੰਡ ਕੁਐਸਚਨ ਕੀ ਪੁੱਛੇਗਾ, ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਆ ਜੀ? ਕਿੰਨੇ ਪ੍ਰਕਾਰ ਦੇ ਹੁੰਦੇ ਆ ਜੀ? 5 ਪ੍ਰਕਾਰ ਦੇ। ਤਾਂ ਦੂਜਾ ਕੁਐਸਚਨ ਤੁਹਾਡਾ ਇੱਥੋਂ ਕਵਰ ਹੋ ਗਿਆ। ਠੀਕ ਹੈ ਜੀ। ਨਾਲ ਨਾਲ ਰਿਲੇਟ ਕਰਕੇ ਕੁਐਸਚਨ ਦੇ ਅਕੋਰਡਿੰਗ ਇਸ ਨੂੰ ਪੜ੍ਹਦੇ ਰਿਹਾ ਕਰੋ, ਤਾਂ ਜੋ ਨਾਲ ਨਾਲ ਤੁਹਾਡੀ ਕੀ ਹੋਵੇ, ਪ੍ਰੈਕਟਿਸ ਵੀ ਹੋਈ ਚੱਲੇ। ਠੀਕ ਹੈ ਜੀ। ਉਸ ਤੋਂ ਬਾਅਦ ਕਿਹੜੇ ਕਿਹੜੇ ਹੁੰਦੇ ਨੇ ਜੀ? ਗੁਣਵਾਚਕ, ਸੰਖਿਆਵਾਚਕ, ਪ੍ਰਣਾਮਵਾਚਕ ਤੇ ਨਿਸ਼ਚੈਵਾਚਕ ਤੇ ਪੜਨਾਮੀ। ਕਿਹੜੇ ਕਿਹੜੇ ਹੁੰਦੇ ਨੇ ਜੀ? ਗੁਣਵਾਚਕ, ਸੰਖਿਆਵਾਚਕ, ਪੜਨਾਮਵਾਚਕ ਤੇ ਹੋਰ ਕਿਹੜੇ ਹੈਗੇ ਜੀ? ਪੜਨਾਮੀ, ਪ੍ਰਣਾਮ ਤੇ ਨਿਸ਼ਚੈ। ਇਹ ਪੜਨਾਮੀ ਹੈ ਜੀ। ਇੱਕ ਹੁੰਦੇ ਆ ਨਾਮ, ਨਿਸ਼ਚੈ, ਤੇ ਇੱਕ ਹੁੰਦੇ ਆ ਜੀ ਪ੍ਰਣਾਮ। ਤਾਂ ਹੁਣ ਕੱਲੇ ਕੱਲੇ ਨੂੰ ਸਮਝਦੇ ਆ ਜੀ। ਜਦੋਂ ਕਿਸੇ ਦਾ ਆਪਾਂ ਗੁਣ ਦੱਸੀਏ, ਜਿਹੜਾ ਸ਼ਬਦ ਕਿਸੇ ਦੇ ਗੁਣ ਦੀ ਵਿਸ਼ੇਸ਼ਤਾ ਦੱਸੇ, ਉਹ ਚੰਗਾ ਇਨਸਾਨ ਹੈ, ਉਹ ਮਾੜਾ ਇਨਸਾਨ ਹੈ, ਜਾਂ ਉਹਦੇ ਵਿੱਚ ਬਹੁਤ ਚੰਗੀਆਂ ਆਦਤਾਂ ਹਨ, ਤਾਂ ਉੱਥੇ ਆਪਾਂ ਕੀ ਕਰਦੇ ਹਾਂ, ਜਿਹੜੇ ਸ਼ਬਦ ਗੁਣ ਵਾਸਤੇ ਵਰਤਦੇ ਹਾਂ, ਉਹਦੇ ਮਤਲਬ ਵਿੱਚ ਜਿਹੜੀਆਂ ਚੰਗੀਆਂ ਆਦਤਾਂ ਵਾਸਤੇ ਵਰਤਦੇ ਹਾਂ, ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਜੀ,
ਗੁਣਾ ਔਗਣਾ ਆਕਾਰਾਂ ਦੇ ਬਾਰੇ ਅਵਸਥਾ ਦੇ ਵਾਸਤੇ ਦੱਸਦੇ ਆ, ਉਹਨੂੰ ਆਪਾਂ ਕੀ ਕਹਿੰਦੇ ਆ, ਗੁਣਵਾਚਕ ਕਹਿੰਦੇ ਆ। ਤੇ ਉਸ ਤੋਂ ਬਾਅਦ ਹੈਗਾ ਜੀ ਆਪਣਾ ਸੰਖਿਆਵਾਚਕ। ਜਦੋਂ ਆਪਾਂ ਸੰਖਿਆ ਦੀ ਗੱਲ ਕਰਦੇ ਆ, ਉਸ ਕੋਲ 5 ਕਾਰਾਂ ਹਨ ਜਾਂ ਰਾਮ ਕੋਲੇ 5 ਕਾਰਾਂ ਹਨ, ਤਾਂ ਇੱਥੇ ਆਪਾਂ ਕਿਹਦੀ ਗੱਲ ਕਰ ਰਹੇ ਹਾਂ ਜੀ, ਸੰਖਿਆ ਦੀ ਗੱਲ ਕਰ ਰਹੇ ਹਾਂ। ਤੇ ਉਸ ਤੋਂ ਬਾਅਦ ਪਰਿਣਾਮ। ਉਸ ਤੋਂ ਬਾਅਦ ਪਰਿਣਾਮ ਕੀ ਹੈ ਜੀ, ਜਦੋਂ ਆਪਾਂ ਕਿਸੇ ਰਿਜ਼ਲਟ ਦੀ ਗੱਲ ਕਰੀਏ, ਰਾਮ ਨੇ ਮੈਚ ਜਿੱਤ ਲਿਆ, ਰਾਮ ਮੈਚ ਨੂੰ ਹਾਰ ਗਿਆ, ਤਾਂ ਆਪਾਂ ਪਰਿਣਾਮ ਦੀ ਗੱਲ ਕਰ ਰਹੇ ਹਾਂ ਵੀ ਕੀ ਨਤੀਜਾ ਨਿਕਲਿਆ। ਤਾਂ ਉੱਥੇ ਆਪਾਂ ਕਿਹਦੀ ਗੱਲ ਕਰਦੇ ਹਾਂ ਜੀ, ਪਰਿਣਾਮ ਦੀ ਗੱਲ ਕਰਦੇ ਹਾਂ। ਤੇ ਉਸ ਤੋਂ ਬਾਅਦ ਆ ਗਿਆ ਆਪਣਾ ਨਿਸ਼ਚੈਵਾਚਕ। ਨਿਸ਼ਚੈਵਾਚਕ ਕੀ ਹੁੰਦਾ ਜੀ, ਜਦੋਂ ਆਪਾਂ ਕੋਈ ਨਿਸ਼ਚੈ ਨਹੀਂ ਕਰ ਲੈਂਦੇ, ਨਿਸ਼ਚੈ ਕਰ ਲੈਣਾ ਕਿਸੇ ਚੀਜ਼ ਦਾ। ਤੇ ਪੜਨਾਮੀ, ਜਿਹੜੇ ਪੜਨਾਵਾਂ ਦੀ ਥਾਂ ਤੇ ਵਰਤੇ ਜਾਣ। ਜਦੋਂ ਆਪਾਂ ਵਰਤਦੇ ਹਾਂ ਰਾਮ ਇੱਕ ਚੰਗਾ ਵਿਅਕਤੀ ਹੈ, ਤਾਂ ਹੁਣ ਜਿਵੇਂ ਆਪਾਂ ਲਾ ਲਈਏ ਨੇਕ ਬੱਚੇ, ਮਾੜੀ ਆਦਤ, ਉੱਚਾ ਦਰਖਤ, ਇਹ ਸਾਰੇ ਕੀ ਨੇ ਜੀ, ਸ਼ਹਿਰੀ ਲੋਕ ਆਦਿ, ਇਹ ਗੁਣਵਾਚਕ ਨੇ। ਤੇ ਪੜਨਾਮ ਦੇ ਗੁਣ ਔਗਣ ਆਕਾਰ ਅਵਸਥਾ ਆਦਿ ਦੇ ਦਰਜਿਆਂ ਨੂੰ, ਅਵਸਥਾਵਾਂ ਨੂੰ ਦੱਸਦੇ ਨੇ। ਤੇ ਹੁਣ ਆਪਾਂ ਦੇਖੀਏ, ਸਧਾਰਨ ਅਵਸਥਾ ਹੁੰਦੀ ਹੈ ਇੱਕ, ਅਧਿਕਤਰ ਅਵਸਥਾ ਹੁੰਦੀ ਹੈ ਇੱਕ, ਅਧਿਕਤਮ ਅਵਸਥਾ। ਇਹ ਤੁਸੀਂ ਛੱਡ ਦਿਓ, ਇਹਦੇ ਵਾਸਤੇ ਨਹੀਂ। ਜਿਵੇਂ ਆਪਾਂ ਕਹਿੰਦੇ ਆ ਪੋਜ਼ਿਟਿਵ ਡਿਗਰੀ, ਸੁਪਰਲੇਟਿਵ ਡਿਗਰੀ ਤੇ ਕੰਪੈਰੇਟਿਵ ਡਿਗਰੀ। ਮੀਨਜ਼ ਜਦੋਂ ਆਪਾਂ ਦੋ ਜਣਿਆਂ ਦਾ ਕੰਬੀਨੇਸ਼ਨ ਕਰੀਏ ਤਾਂ ਕੀ ਹੁੰਦਾ ਜੀ, ਅਧਿਕਤਰ ਅਵਸਥਾ ਆਉਂਦੀ ਆ। ਮੀਨਜ਼ ਆਪਾਂ ਰਾਮ ਤੇ ਸ਼ਾਮ ਦੇ ਵਿੱਚ ਕੰਬੀਨੇਸ਼ਨ ਕਰ ਰਹੇ ਹਾਂ। ਤੇ ਜਦੋਂ ਆਪਾਂ ਸਿਰਫ ਇੱਕ ਵਾਰ ਇਹੀ ਗੱਲ ਕਰੀਏ ਸੁਪਰਲੇਟਿਵ, ਵੀ ਉਹ ਬਹੁਤ ਹੀ ਅਮੀਰ ਵਿਅਕਤੀ ਹੈ, ਮੀਨਜ਼ ਇੱਕ ਸਿੰਗਲ ਬੰਦੇ ਦੀ, ਤਾਂ ਉਦੋਂ ਕਿਹੜੀ ਅਵਸਥਾ ਹੋਊਗੀ, ਅਧਿਕਤਮ ਅਵਸਥਾ। ਇੰਨੀ ਜ਼ਿਆਦਾ ਡਿਟੇਲ 'ਚ ਨਹੀਂ, ਇਹਦੇ ਵਿੱਚੋਂ ਸਿਰਫ ਤੁਹਾਨੂੰ ਇੱਕ ਕੀ ਪੁੱਛੇਗਾ, ਡੈਫੀਨੇਸ਼ਨ। ਇੱਕ ਕੇਸ ਦੀਆਂ ਕਿੰਨੀਆਂ ਟਾਈਪ ਹੁੰਦੀਆਂ, 5 ਟਾਈਪ। ਇਹ 5 ਪ੍ਰਕਾਰ ਦੇ ਹੁੰਦੇ ਆ। ਕਿਹੜੇ ਕਿਹੜੇ, ਗੁਣਵਾਚਕ, ਸੰਖਿਆਵਾਚਕ, ਪੜਨਾਮੀ, ਨਿਸ਼ਚੈ। ਸਿਰਫ ਇੰਨਾ ਯਾਦ ਕਰ ਲਿਓ, ਤੁਹਾਡਾ ਪਟਵਾਰੀ ਤੇ ਨਾਇਬ ਤਹਿਸੀਲ ਦਾ ਪੇਪਰ ਦੇ ਵਿੱਚ ਇੰਨਾ ਹੀ ਬਹੁਤ ਵਧੀਆ ਕਵਰ ਹੋ ਜਾਏਗਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਆਪਾਂ ਕਿਰਿਆ ਦੀ। ਕਿਰਿਆ ਦੇ ਵਿੱਚ ਉਹ ਸ਼ਬਦ ਰੱਖੇ ਜਾਂਦੇ ਆ ਜਿਹੜੇ ਕਾਰਜੀ ਸਥਿਤੀ ਦਾ ਗਿਆਨ ਕਰਾਉਣ। ਜਿਹੜੇ ਕਿਸ ਦਾ ਗਿਆਨ ਕਰਾਉਣ ਆਪਾਂ ਨੂੰ, ਕਾਰਜੀ ਸਥਿਤੀ ਦਾ। ਮੀਨਜ਼ ਕੀ ਕੰਮ ਹੋ ਰਿਹਾ। ਇਹ ਉਹ ਸ਼ਬਦ ਜਿਹੜੇ ਕਾਰਜੀ ਸਥਿਤੀ ਦਾ ਗਿਆਨ ਕਰਵਾਉਣ। ਇਹ ਉਹ ਸ਼ਬਦ ਨੇ ਦੋਸਤੋ ਜਿਹੜੇ ਕਿਸੇ ਕੰਮ ਦੀ ਕਾਰਜੀ ਸਥਿਤੀ ਦਾ ਗਿਆਤ ਕਰਾਉਣ। ਵੀ ਜਿਵੇਂ ਆਪਾਂ ਕਹਿ ਸਕਦੇ ਹਾਂ ਕੰਮ ਨਿਬੜ ਗਿਆ ਹੈ ਨਾ ਜੀ, ਜਾਂ ਖੇਡਣਾ, ਪੜ੍ਹਨਾ, ਇਹ ਸਾਰੀਆਂ ਕੀ ਨੇ, ਕਿਰਨਾਂ ਨੇ। ਮਤਲਬ ਜਿਵੇਂ ਆਪਾਂ ਐਗਜ਼ਾਮਪਲ ਲੈ ਲਈਏ, ਕੰਮ ਦੇ ਹੋਣਾ ਜਾਂ ਕੰਮ ਦੇ ਨਾ ਹੋਣ ਦਾ ਪ੍ਰਗਟ ਹੋਵੇ। ਜਿਵੇਂ ਆਪਾਂ ਐਗਜ਼ਾਮਪਲ ਲੈ ਲਈ, ਰਾਮ ਪੜ੍ਹ ਰਿਹਾ ਹੈ। ਰਾਮ ਕੀ ਹੈ, ਪੜ੍ਹ ਰਿਹਾ, ਜਾਂ ਰਾਮ ਲਿਖ ਰਿਹਾ। ਰਾਮ ਪੜ੍ਹ ਰਿਹਾ ਹੈ। ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਰਾਮ ਕੀ ਕਰ ਰਿਹਾ ਜੀ, ਕਿਰਿਆ ਕਰ ਰਿਹਾ। ਕਿਹੜੀ ਕਿਰਿਆ ਕਰ ਰਿਹਾ, ਪੜ੍ਹਨ ਦੀ। ਠੀਕ ਹੈ ਜੀ। ਜਾਂ ਰਾਮ ਇੱਥੇ ਆ ਜਾਂਦਾ ਖੇਡ ਰਿਹਾ ਹੈ, ਤਾਂ ਇੱਥੇ ਕਿਹੜੀ ਕਿਰਿਆ ਕਰ ਰਿਹਾ, ਉਹ ਖੇਡਣ ਦੀ ਕਿਰਿਆ ਕਰ ਰਿਹਾ। ਤਾਂ ਇਹ ਜਿਹੜੇ ਸ਼ਬਦ ਨੇ ਨਾ ਦੋਸਤੋ, ਇਹਨਾਂ ਨੂੰ ਕੀ ਕਿਹਾ ਜਾਂਦਾ, ਕਿਰਿਆ ਕਿਹਾ ਜਾਂਦਾ। ਜਿਹੜੇ ਸ਼ਬਦ ਕਿਸੇ ਕਾਰਜ ਦੀ ਸਥਿਤੀ ਦੀ ਸੂਚਨਾ ਦੇਣ, ਉਹਨਾਂ ਨੂੰ ਕੀ ਕਿਹਾ ਜਾਂਦਾ ਜੀ, ਕਿਰਿਆ ਕਿਹਾ ਜਾਂਦਾ। ਤਾਂ ਪਹਿਲਾ ਕੁਐਸਚਨ ਕੀ ਬਣ ਗਿਆ, ਤੁਹਾਨੂੰ ਉੱਪਰ ਲਿਖਿਆ ਆ ਜਾਏਗਾ, ਜਿਹੜੇ ਸ਼ਬਦ ਕਿਸੇ ਕਾਰਜੀ ਸਥਿਤੀ ਦੀ ਸੂਚਨਾ ਦੇਣ, ਉਹਨਾਂ ਨੂੰ ਕੀ ਕਿਹਾ ਜਾਂਦਾ, ਵਿਸ਼ੇਸ਼ਣ, ਕਿਰਿਆ, ਨਾਮ, ਪੜਨਾਮ। ਤਾਂ ਤੁਸੀਂ ਆਨਸਰ ਕੀ ਕਰੋਗੇ, ਉਹਨਾਂ ਨੂੰ ਕਿਰਿਆ ਕਿਹਾ ਜਾਂਦਾ। ਠੀਕ ਹੈ ਜੀ। ਕਿਰਿਆ ਦੀ ਵੰਡ ਦੇ ਆਧਾਰ ਕਿੰਨੇ ਪ੍ਰਕਾਰ ਦੇ ਕੀਤੀ ਜਾਂਦੀ ਹੈ, ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਕਿਰਿਆ 2 ਪ੍ਰਕਾਰ ਦੀ ਹੈ। ਕਿਹੜੇ ਕਿਹੜੀ, ਇੱਕ ਤਾਂ ਅਕਰਮਕ ਤੇ ਇੱਕ ਸਕਰਮਕ। ਕਿਰਿਆ ਵੰਡ ਦੇ ਆਧਾਰ ਤੇ ਕਿਰਿਆ ਕਿੰਨੇ ਪ੍ਰਕਾਰ ਦੀ ਹੈ ਜੀ, ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ,
ਇੱਕ ਤਾਂ ਅਕਰਮਕ, ਇੱਕ ਸਕਰਮਕ। ਤਾਂ ਸਿੰਪਲ ਜੇ ਤੁਹਾਨੂੰ ਕੁਐਸਚਨ ਇਹ ਪੁੱਛ ਲਿਆ ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਕਿਰਿਆ 2 ਪ੍ਰਕਾਰ ਦੀ ਹੁੰਦੀ ਹੈ। ਜੇ ਕਈ ਵਾਰੀ ਪੁੱਛ ਲੇ ਵੀ ਕਿਹੜੀ ਕਿਹੜੀ, ਇੱਕ ਸਕਰਮਕ ਤੇ ਇੱਕ ਅਕਰਮਕ, ਠੀਕ ਹੈ ਜੀ। ਅਕਰਮਕ ਦੇ ਵਿੱਚ ਕੀ ਹੁੰਦਾ, ਸਿਰਫ ਇੱਕ ਬੰਦਾ ਹੀ ਕੰਮ ਕਰੇ, ਤੇ ਸਕਰਮਕ ਦੇ ਵਿੱਚ ਕਰਤਾ ਤੇ ਕਰਮ ਦੋਨੇ ਕਰਨ। ਜਿਵੇਂ ਇਹਦੇ ਵਿੱਚ ਤਾਂ ਆ ਗਿਆ ਮੈਂ ਪੜ੍ਹ ਰਿਹਾ, ਤਾਂ ਹੁਣ ਮੇਰੀ ਇਕੱਲੇ ਦੀ ਗੱਲ ਹੋ ਰਹੀ ਹੈ ਇਹਦੇ ਵਿੱਚ, ਮੈਂ ਪੜ੍ਹ ਰਿਹਾ, ਮੇਰੀ ਇਕੱਲੇ ਦੀ ਗੱਲ ਹੋ ਗਈ, ਠੀਕ ਹੈ ਜੀ। ਜੇ ਇਹਦੇ ਵਿੱਚ ਮੈਂ ਬੱਚਿਆਂ ਨੂੰ ਪੜ੍ਹਾ ਰਿਹਾ, ਤਾਂ ਹੁਣ ਇਹਦੇ ਵਿੱਚ ਡਿਫਰੈਂਸ ਦੇਖੋ, ਮੈਂ ਕਿਹਨੂੰ ਪੜ੍ਹਾ ਰਿਹਾ, ਬੱਚਿਆਂ ਨੂੰ। ਮੀਨਜ਼ ਇਹ 'ਚ 2 ਚੀਜ਼ਾਂ ਹੋ ਗਈਆਂ, ਇੱਕ ਤਾਂ ਜਿਹੜਾ ਕੰਮ ਕਰ ਰਿਹਾ, ਤਾਂ ਇਹ 'ਚ ਕੀ ਹੋ ਗਿਆ, ਕਰਮ ਪਲੱਸ ਕਰਤਾ। ਇਹ 'ਚ ਇਕੱਲਾ ਕੀ ਹੋ ਗਿਆ ਜੀ, ਕਰਮ ਹੋ ਗਿਆ। ਮੈਂ ਪੜ੍ਹ ਰਿਹਾ, ਮੈਂ ਕੰਮ ਕਰ ਰਿਹਾ ਕੋਈ, ਇਹ 'ਚ ਕਰਮ ਕੀ ਹੋ ਗਿਆ ਤੇ ਕਰਤਾ ਹੋ ਗਿਆ। ਕਰਤਾ ਕੌਣ ਹੋ ਗਿਆ, ਮੈਂ ਹੋ ਗਿਆ, ਤੇ ਕਰਮ ਕੀ ਹੋ ਗਿਆ, ਪੜ੍ਹਾਈ ਹੋ ਗਈ। ਕਿਹਨਾਂ ਨੂੰ, ਬੱਚਿਆਂ ਨੂੰ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਪਹਿਲੀ ਪ੍ਰਕਾਰ ਦੀ ਵੰਡ ਦੇ ਆਧਾਰ ਤੇ ਕਿਰਿਆ ਕਿੰਨੇ ਪ੍ਰਕਾਰ ਦੀ ਹੈ, ਅਕਰਮਕ। ਤੇ ਦੂਜੀ ਪ੍ਰਕਾਰ ਦੀ ਵੰਡ ਦੇ ਆਧਾਰ ਤੇ ਕਿਰਿਆ ਕਿੰਨੇ ਪ੍ਰਕਾਰ ਦੀ ਆ, ਇੱਕ ਸਧਾਰਨ ਕਿਰਿਆ, ਇੱਕ ਪ੍ਰੇਰਨਾਨਾਥਕ, ਇੱਕ ਦੂਰੀ ਕਿਰਿਆ। ਇਹਦੇ ਵਿੱਚ ਜਿਵੇਂ ਸਧਾਰਨ 'ਚ ਤਾਂ ਕਰਤਾ ਆਪ ਹੋ ਗਿਆ, ਇਸੇ ਚੀਜ਼ ਨੂੰ ਕੀ ਕਹਿ ਦਿੱਤਾ ਜਾਂਦਾ, ਸਧਾਰਨ ਕਿਰਿਆ ਕਹਿ ਦਿੱਤਾ ਜਾਂਦਾ। ਮੈਂ ਪੜ੍ਹ ਰਿਹਾ, ਠੀਕ ਹੈ ਜੀ। ਇਹਨੂੰ ਨਾਲ ਨਾਲ ਆਪਾਂ ਹੋਰ ਕੀ ਕਹਿ ਸਕਦੇ ਹਾਂ, ਸਧਾਰਨ ਕਿਰਿਆ ਵੀ ਕਹਿ ਸਕਦੇ ਹਾਂ, ਕਿਉਂਕਿ ਮੈਂ ਪੜ੍ਹ ਰਿਹਾ, ਕਰਤਾ ਆਪ ਹੀ ਸਾਰਾ ਕੁਝ ਕਰੀ ਜਾਂਦਾ। ਤੇ ਜੇ ਕੋਈ ਕਰਤਾ ਕੋਈ ਹੋਰ ਹੋਵੇ, ਵੀ ਜਿਵੇਂ ਮੈਂ ਆਪਦਾ ਕੰਮ ਕਿਸੇ ਹੋਰ ਤੋਂ ਕਰਾਉਣਾ, ਕਿਵੇਂ ਕਰਾਉਣਾ, ਪ੍ਰੇਰਨਾਨਾਥਕ, ਪ੍ਰੇਰਨਾ ਦੇ ਕੇ ਵੀ ਮੈਨੂੰ ਪਾਣੀ ਦਾ ਗਲਾਸ ਦਿਓ, ਮਤਲਬ ਮੈਂ ਉਹਨੂੰ ਕਹਿਤਾ ਵੀ ਮੈਨੂੰ ਇੱਕ ਪਾਣੀ ਦਾ ਗਲਾਸ ਲਿਆ ਕੇ ਦਿਓ। ਜਾਂ ਆਪਾਂ ਹੋਰ ਇੱਕ ਦੂਰੀ ਪ੍ਰੇਰਨਾਨਾਥਕ ਕਿਹਨੂੰ ਕਹਿ ਦਿੰਦੇ ਆ, ਵੀ ਮੈਂ ਆਪਣਾ ਕੰਮ ਕਿਸੇ ਹੋਰ ਨੂੰ ਕਿਹਾ, ਉਹਨੇ ਅੱਗੇ ਕਿਸੇ ਹੋਰ ਨੂੰ ਕਹਿਤਾ, ਉਹਦੇ ਵਿੱਚ 3 ਬੰਦੇ ਇਨਵੋਲਵ ਹੋ ਗਏ, ਤਾਂ ਉਹ ਕੀ ਹੋ ਗਈ, ਦੂਰੀ ਪ੍ਰੇਰਨਾਨਾਥਕ। ਤਾਂ ਇੱਕ ਤਾਂ ਸਧਾਰਨ ਹੋ ਗਈ, ਇੱਕ ਪ੍ਰੇਰਨਾਨਾਥਕ ਹੋ ਗਈ। ਮੀਨਜ਼ ਇਹ 'ਚ ਮੈਂ ਆਪਣਾ ਕੰਮ ਕੀ ਤੋਂ ਕਰਵਾਇਆ, ਕਿਸੇ ਹੋਰ ਤੋਂ ਕਰਵਾਇਆ। ਤੇ ਦੂਰੀ 'ਚ ਮੈਂ ਕੰਮ ਕਿਹਾ ਕਿਸੇ ਨੂੰ, ਤੇ ਉਹਨੇ ਗਾਹਾਂ ਕਹਿਤਾ ਕਿਸੇ ਨੂੰ। ਮੀਨਜ਼ ਮੇਰਾ ਕੰਮ ਗਾਹਾਂ ਕਿਸੇ ਨੇ ਕਿਸੇ ਤੋਂ ਕਰਵਾਇਆ। ਤਾਂ ਇਹਦੀ ਆਪਾਂ ਐਗਜ਼ਾਮਪਲ ਕਿਵੇਂ ਲਵਾਂਗੇ, ਜਿਵੇਂ ਮੈਂ ਕਹਿਤਾ ਵੀ ਰਾਮ ਸ਼ਾਮ ਨੂੰ ਕਹਿ ਦੇਵੀਂ ਵੀ ਉਹ ਗਊਆਂ ਨੂੰ ਪੱਠੇ ਪਾ ਦੇਵੇ। ਤਾਂ ਪਾਉਣੇ ਕੀ ਸੀ, ਪੱਠੇ। ਮੈਂ ਕਿਹਨੂੰ ਆਖਿਆ, ਰਾਮ ਨੂੰ। ਰਾਮ ਨੇ ਕਿਹਨੂੰ ਕਹਿਣਾ ਸੀ, ਸ਼ਾਮ ਨੂੰ। ਤਾਂ ਉੱਥੇ ਕੀ ਹੋ ਗਈ, ਦੂਰੀ ਪ੍ਰੇਰਨਾਨਾਥਕ। ਮੀਨਜ਼ ਪ੍ਰੇਰਨਾ ਦੇਤੀ ਕਿਸੇ ਸੈਕਿੰਡ ਪਰਸਨ ਨੂੰ, ਚਲੀ ਗਈ ਉਹ ਕੰਮ ਕਿਹਨੇ ਕਰਨਾ, ਥਰਡ ਪਰਸਨ ਨੇ, ਠੀਕ ਹੈ ਜੀ। ਤੇ ਕਿਰਿਆ ਭਾਗਾਂ ਦੇ ਆਧਾਰ ਤੇ ਕਿੰਨੇ ਭਾਗਾਂ 'ਚ ਵੰਡੀ ਹੋਈ ਹੈ, 4 ਭਾਗਾਂ 'ਚ। ਇੱਕ ਪਹਿਲੀ, ਇੱਕ ਦੂਜੀ, ਇੱਕ ਤੀਜੀ, ਇੱਕ ਚੌਥੀ, ਠੀਕ ਹੈ ਜੀ। ਅਕਰਮਕ ਸਕਰਮਕ ਕਿਰਿਆ, ਜਿਵੇਂ ਮਤਲਬ ਮੈਂ ਤੁਹਾਨੂੰ ਦੱਸ ਹੀ ਦਿੱਤਾ, ਜਿਹਦੇ ਵਿੱਚ ਇਕੱਲਾ ਜਿਵੇਂ ਮੱਝਾਂ ਨਹਾਉਂਦੀਆਂ ਹਨ, ਤਾਂ ਮੱਝਾਂ ਆਪ ਹੀ